पंजाब हरियाणा बॉर्डर ते चल रहे किसान अंदोलन विच लगी भयानक अग। अकाली आगू सिकंदर सिंह मलूका दी नूंह ते पुत्तर भाजपा विच होए शामिल। चोणां दौरान भारत विच महंगाई ਅਤੇ रोजगार ਦੇ आंकड़िਆਂ बारे ਵੱਡਾ खुलासा करदा है CSDS ਪ੍ਰੀ ਪੋਲ ਸਰਵੇਖਣ। हरियाणा पंजाब ਦੀ ਸ਼ੰਭੂ ਸਰਹੱਦ ਤੇ ਕਿਸਾਨਾਂ ਦੇ ਟੈਂਟਾਂ ਨੂੰ ਅਚਾਨਕ ਅੱਗ ਲੱਗ ਗਈ। ਜਿਵੇਂ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਹਲਚਲ ਮਚ ਗਈ। किसानों ने काफ़ी मुशक्कत तो बाद अग ते काबू पाया। अग इन्नी भयानक सी कि एक ट्रैक्टर ट्राली और 4 टेंट सड़ के सुआह हो गए। अग लगन के कारणों का अजे तक पता नहीं लग सकिया। दूजे पासे किसान आगू सरवण सिंह पंधेर ने दस्सिया कि हुशियारपुर तो जथेबंदियों के ग्रुप की ट्रैक्टर ट्राली सड़ के सुआह हो गई। अफवाहां ना फैलाउण दी अपील भी उन्हां वल्लों कीती गई है। अग लगन कारण कोई जानी नुकसान नहीं होया है, पर इस दे कारणों की जांच की जाएगी। शंभू बॉर्डर ते अग लगते ही किसान एकजुट हो गए। एक किसान नूं पाइप नाल अग बुझाउंदे देखा गया, जदों कि कई बाल्टियां नाल अग ते काबू पा रहे सन। सूचना मिलण तो बाद फायर ब्रिगेड दीयां गड्डियां काफ़ी देर बाद मौके ते पहुंचियां। किसानां विच काफ़ी रोस देखण नूं मिलिया। दूजे पासे किसान आगू जगजीत सिंह डल्लेवाल ने कहा है कि यह प्रशासन की अणगहली है। उन्होंने कहा कि प्रशासन की अणगहली कारण अज बहुत दुखदाई घटना वापरी। शंभू बॉर्डर ते शॉर्ट सर्किट कारण एक ट्रैक्टर ट्राली 5 झुग्गियां सड़ के सुआह हो गई। ਅਸੀਂ ਲਗਾਤਾਰ ਪੰਜਾਬ ਦੇ ਪ੍ਰਸ਼ਾਸਨ ਨੂੰ ਅਪੀਲਾਂ ਕਰਦੇ ਆ ਰਹੇ ਹਾਂ ਕਿ ਗਰਮੀ ਦਾ ਮੌਸਮ ਆ ਰਿਹਾ ਹੈ। ਕਿਸਾਨਾਂ ਨੂੰ ਇੱਥੇ ਜਿਹੜੇ ਧਰਨੇ ਦੇ ਬੈਠੇ ਪ੍ਰੋਟੈਸਟ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਬਿਜਲੀ ਦੀ ਵੀ ਲੋੜ ਹੈ। ਇੱਥੇ ਮੱਛਰ ਬਹੁਤ ਪਰੇਸ਼ਾਨ ਕਰ ਰਿਹਾ। ਮੱਛਰਾਂ ਨੂੰ ਮਾਰਨ ਦੇ ਲਈ ਰੋਜ਼ਾਨਾ ਸਮੋਕਿੰਗ ਦੀ ਲੋੜ ਹੈ। ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਦੇ ਤੇ ਕੋਈ ਪ੍ਰਬੰਧ ਨਹੀਂ। ਅਗਲੀ ਗੱਲ, ਅਸੀਂ 2 ਦਿਨ ਪਹਿਲਾਂ ਤੋਂ ਲਗਾਤਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦੇ ਆ ਰਹੇ ਹਾਂ ਕਿ ਫਾਇਰ ਬ੍ਰਿਗੇਡ ਦੇ ਪ੍ਰਬੰਧ ਕੀਤੇ ਜਾਣ, ਤਾਂ ਕਿ ਗਰਮੀ ਦਾ ਮੌਸਮ ਆ ਰਿਹਾ, ਕਿਤੇ ਵੀ ਅੱਗ ਲੱਗਣ ਦੀ ਘਟਨਾ ਵਾਪਰ ਸਕਦੀ ਹੈ। ਲੇਕਿਨ ਪ੍ਰਸ਼ਾਸਨ ਵੱਲੋਂ ਬਿਲਕੁਲ ਇਹਨਾਂ ਗੱਲਾਂ ਦੇ ਉੱਤੇ ਗੌਰ ਨਾ ਕਰਨ ਦੇ ਕਾਰਨ ਅੱਜ ਸ਼ੰਭੂ ਬਾਰਡਰ ਦੇ ਉੱਤੇ ਇਹ ਘਟਨਾ ਵਾਪਰੀ। ਅੱਗ ਲੱਗੀ, ਟਰੈਕਟਰ ਮੱਚ ਗਿਆ, ਸਾਡੇ ਉੱਥੋਂ ਕਿਸਾਨਾਂ ਦੇ ਤੰਬੂ ਮੱਚ ਗਏ। ਉਹ ਵੱਡੇ ਪੱਧਰ ਤੇ ਨੁਕਸਾਨ ਹੈਗਾ। ਹਜੇ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਵਿੱਚ ਕੋਈ ਮਨੁੱਖੀ ਜਾਨ ਨਹੀਂ ਗਈ, ਲੇਕਿਨ ਸਮਾਨ ਵੱਡੀ ਪੱਧਰ ਤੇ ਨੁਕਸਾਨਿਆ ਗਿਆ। ਔਰ ਸਰਕਾਰ ਦੀ ਇਹ ਨਲਾਇਕੀ ਆ, ਮੈਂ ਕਹੂੰਗਾ, ਕਿਉਂਕਿ ਅਸੀਂ ਲਗਾਤਾਰ ਇਹ ਦੁਹਾਈ ਪਿੱਟ ਰਹੇ ਹਾਂ ਕਿ ਉੱਥੇ ਜਿੰਨੇ ਵੀ ਤੁਹਾਡੇ ਟਰਾਂਸਫਾਰਮਰ ਨੇ ਉਹਨਾਂ ਨੂੰ ਅਪਗ੍ਰੇਡ ਕਰੋ, ਉੱਥੋਂ ਲੋਕਾਂ ਨੂੰ ਬਿਜਲੀ ਦੀ ਵਿਵਸਥਾ ਬਣਾ ਕੇ ਦਿਓ। ਚੰਗੀ ਵਿਵਸਥਾ ਹੋਏਗੀ ਤਾਂ ਅੱਗ ਲੱਗਣ ਦੇ ਚਾਂਸਸ ਘਟ ਜਾਣਗੇ। ਲੇਕਿਨ ਬਾਰ-ਬਾਰ ਰਿਕੁਐਸਟਾਂ ਕਰਨ ਦੇ ਬਾਵਜੂਦ, ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਅੱਜ ਤੱਕ ਉਹ ਪ੍ਰਬੰਧ ਨਹੀਂ ਹੋਏ। ਔਰ ਉਹ ਪ੍ਰਬੰਧ ਨਾ ਹੋਣ ਕਾਰਨ ਉਹ ਜਿਹੜਾ ਲੋਕਾਂ ਨੇ ਆਪਣੇ ਆਪ ਜਿੰਨਾ ਕੁ ਪ੍ਰਬੰਧ ਕਰ ਸਕੇ ਉਹ ਕੀਤਾ। ਅੱਜ ਸ਼ਾਰਟ ਸਰਕਟ ਸ਼ਾਰਟ ਹੋਇਆ, ਜਿਹਦੇ ਕਰਕੇ ਅੱਗ ਪਈ, ਵੱਡੀ ਪੱਧਰ ਦੇ ਉੱਤੇ ਨੁਕਸਾਨ ਹੋਇਆ। ਸੋ ਇਹ ਜਿਹੜਾ ਨੁਕਸਾਨ ਹੋਇਆ, ਇਹਦੀ ਪੂਰੀ ਤਰ੍ਹਾਂ ਪੰਜਾਬ ਗਵਰਨਮੈਂਟ, ਪੰਜਾਬ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਬਾਰ-ਬਾਰ ਅਸੀਂ ਅਪੀਲਾਂ ਕਰਦੇ ਆ ਰਹੇ ਹਾਂ। ਔਰ ਇਹਨਾਂ ਦੀ ਤੁਰੰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੀ ਭਰਪਾਈ ਕਰੇ। ਉਹਨਾਂ ਨੂੰ ਦੁਬਾਰਾ ਮੁੜ ਉੱਥੇ ਤੰਬੂ ਵਗੈਰਾ ਤੇ ਟਰੈਕਟਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ। ਅਗਲੀ ਲੜਾਈ ਕਿਤੇ ਨਵੀਂ ਇਸ ਦਿਸ਼ਾ ਵੱਲ ਨਾ ਚਲੀ ਜਾਏ। ਨਾਲ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ, ਦੋਸਤੋ, ਆਪਾਂ ਕਿਰਪਾ ਕਰਕੇ ਦੇਖੋ, ਘਰ ਆਪਣੇ ਬਣੇ ਨੇ, ਆਪਣਾ ਸਾਰਾ ਪ੍ਰਬੰਧ ਹੈ। ਆਪਾਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕਿਰਪਾ ਕਰਕੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ। ਪਤਾ ਲੱਗਿਆ ਕਿ ਬਹੁਤ ਸਾਰੇ ਮੋਰਚੇ ਦੇ ਵਿੱਚ ਟਰਾਲੀਆਂ ਦੇ ਮਗਰਲੇ ਪਾਸੇ ਚੜ੍ਹਨ ਵਾਸਤੇ, ਉਤਰਨ ਵਾਸਤੇ ਸਾਡੇ ਵੀਰਾਂ ਨੇ ਪਰਾਲੀ ਦੀਆਂ ਗੱਠਾਂ ਰੱਖੀਆਂ ਹੋਈਆਂ ਨੇ। ਉਹ ਜਿਹੜੀਆਂ ਪਰਾਲੀ ਦੀਆਂ ਗੱਠਾਂ ਦੇ ਚੜ੍ਹਨ ਉਤਰਨ ਦੀ ਸਹੂਲਤ ਵਾਸਤੇ ਰੱਖੀਆਂ, ਅਗਰ ਕਿਤੇ ਵੀ ਰਾਤ ਨੂੰ ਤੁਹਾਨੂੰ ਸੁੱਤਿਆਂ ਪਿਆ ਤੋਂ ਨਾ ਪਤਾ ਲੱਗਿਆ, ਇਸੇ ਤਰੀਕੇ ਦੇ ਨਾਲ ਇਹੀ ਸਰਕਟ ਸ਼ਾਰਟ ਦੀ ਘਟਨਾ ਰਾਤ ਨੂੰ ਵਾਪਰ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਸੋ ਇਸ ਕਰਕੇ ਜੋ ਵੀ ਜਲਣ ਵਾਲੀ ਵਸਤੂ ਸਾਡੇ ਵਿੱਚ ਪਈ ਆ ਮੋਰਚੇ 'ਚ, ਉਹਨੂੰ ਕੱਢ ਕੇ ਕਿਰਪਾ ਕਰਕੇ ਬਾਹਰ ਰੱਖੋ। ਇੱਕ ਤਾਂ ਉਹਦੇ ਤੋਂ ਬਚੀਏ। ਦੂਜੀ ਬੇਨਤੀ ਮੇਰੀ ਇਹ ਹੈ ਕਿ ਆਪਣੇ ਜਿੰਨੇ ਵੀ ਜ਼ਿਲ੍ਹਿਆਂ ਦੇ ਆਗੂ ਸਾਹਿਬਾਨ ਨੇ, ਉਹ ਇਹ ਗੱਲ ਨੂੰ ਜ਼ਰੂਰ ਨੋਟ ਕਰਨ ਕਿ ਹਰ ਜ਼ਿਲ੍ਹੇ ਵੱਲੋਂ ਇੱਥੇ ਘੱਟੋ ਘੱਟ 4-4, 3-3 ਪਾਣੀ ਵਾਲੇ ਪੰਪ, ਜਿਹੜੇ ਆਪਾਂ ਸਪਰੇਅ ਕਰਦੇ ਹਾਂ ਖੇਤਾਂ ਦੇ ਵਿੱਚ, ਵੱਡੇ ਪੰਪ ਬਣੇ ਨੇ। 400-400 ਲੀਟਰ, 500-500 ਲੀਟਰ ਪਾਣੀ ਇੱਕੋ ਵਾਰੀ ਉਹਦੇ 'ਚ ਪੈ ਜਾਂਦਾ ਹੈ। ਔਰ ਉਹ ਲੰਬੀ ਪਾਈਪ ਹੁੰਦੀ ਹੈ, ਦੂਰ ਤੱਕ ਉਹ ਮਾਰ ਕਰਦਾ ਹੈ। ਔਰ ਉਹਦੇ ਨਾਲ ਸਾਡਾ ਮਤਲਬ ਨੁਕਸਾਨ ਹੋਣ ਤੋਂ ਬਚ ਸਕਦਾ ਹੈ। ਜੇ ਕਿਤੇ ਇਨਸੀਡੈਂਟ ਵਾਪਰ ਵੀ ਜਾਂਦੀ ਹੈ ਤਾਂ ਘੱਟੋ ਘੱਟ ਸਾਡਾ ਤਾਂ, ਅਸੀਂ ਸਰਕਾਰ ਦੇ ਪ੍ਰਬੰਧਾਂ ਨੂੰ ਉਡੀਕਦੇ ਰਹਿੰਦੇ ਹਾਂ ਤੇ ਸਾਡਾ ਨੁਕਸਾਨ ਹੋ ਜਾਂਦਾ ਹੈ। ਉਹ ਸਾਡਾ ਆਪਦਾ ਪ੍ਰਬੰਧ ਜ਼ਰੂਰ ਬਣਾ ਕੇ ਰੱਖੀਏ ਆਪਾਂ। ਸੋ ਮੇਰੀ ਫਿਰ ਦੁਬਾਰਾ ਰਿਕੁਐਸਟ ਹੈ ਕਿਸਾਨਾਂ ਨੂੰ ਕਿ ਇਸ ਗੱਲ ਦਾ ਇਤਿਆਦ ਆਪਾਂ ਵੀ ਵਰਤਣਾ ਹੈ। ਕਿਰਪਾ ਕਰਕੇ ਹਰ ਇੱਕ
ਮੋਰਚੇ ਦੇ ਵਿੱਚ ਹਰ 20 30 50 ਟਰਾਲੀਆਂ ਦੇ ਬਾਅਦ ਇੱਕ ਉਹ ਸਪਰੇ ਪੰਪ ਜ਼ਰੂਰ ਮੰਗਵਾ ਕੇ ਰੱਖੀਏ ਆਪਾਂ। ਉਹਦੇ ਤੇ 500 ਲੀਟਰ 1000 ਲੀਟਰ ਦੀ ਪਾਣੀ ਪੈਣ ਦੀ ਕਪੈਸਿਟੀ ਵਾਲੇ ਹੈਗੇ ਨੇ। ਉਹਨਾਂ ਦੇ ਨਾਲ ਆਪਾਂ ਜੇ ਕਿਤੇ ਘਟਨਾ ਵਾਪਰਦੀ ਹੈ ਤੇ ਆਪਦਾ ਪ੍ਰਬੰਧ ਆਪ ਵੀ ਕਰੀਏ। ਔਰ ਇੱਥੇ ਮੈਂ ਬੇਨਤੀ ਕਰੂੰਗਾ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਕਿ ਆਪਦੇ ਪ੍ਰਬੰਧਾਂ ਨੂੰ ਤੁਰੰਤ ਠੀਕ ਕਰੇ। ਇਹ ਜਿਹੜੇ ਬਿਜਲੀ ਦਾ ਘਟੀਆ ਪ੍ਰਬੰਧ ਹੈ ਜਿਹਦੇ ਕਰਕੇ ਘਟਨਾ ਵਾਪਰੀ ਹੈ, ਇਹਨੂੰ ਤੁਰੰਤ ਸੁਧਾਰੇ ਪ੍ਰਸ਼ਾਸਨ, ਨਹੀਂ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਇਹ ਕੋਈ ਪੰਜਾਬ ਸਰਕਾਰ ਦੇ ਖਿਲਾਫ ਜਾਂ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਵੀ ਮੋਰਚਾ ਖੋਲ੍ਹਣਾ ਪੈ ਸਕਦਾ ਹੈ, ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵੱਲੋਂ ਇੱਕ ਤੋਂ ਦੂਜੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਕੌਰ ਤੇ ਨੂੰਹ ਪਰਮਪਾਲ ਕੌਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਦੱਸ ਦਈਏ ਕਿ ਪੰਜਾਬ ਦੀ IAS ਅਧਿਕਾਰੀ ਪਰਮਪਾਲ ਕੌਰ ਸਿੱਧੂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਵੀ ਹੈ, ਉਹਨਾਂ ਨੇ ਲੋਕ ਸਭਾ ਚੋਣਾਂ ਲੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਸੀ। ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਉਮੀਦਵਾਰ ਹੋ ਸਕਦੀ ਹੈ। 2015 ਵਿੱਚ ਹੀ ਉਹਨਾਂ ਨੂੰ PCS ਤੋਂ IAS ਕੇਡਰ ਵਿੱਚ ਤਰੱਕੀ ਦਿੱਤੀ ਗਈ ਸੀ। ਉਹ ਪੰਜਾਬ ਵਿੱਚ ਕਈ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ IAS ਪਰਮਪਾਲ ਕੌਰ ਵੱਲੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਮਲੂਕਾ ਪਰਿਵਾਰ ਭਾਜਪਾ ਦੇ ਸੰਪਰਕ ਵਿੱਚ ਸੀ। ਭਾਜਪਾ ਪਿਛਲੇ ਕੁਝ ਸਮੇਂ ਤੋਂ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਖੁਦ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਏ। ਭਾਜਪਾ ਬਠਿੰਡਾ ਲੋਕ ਸਭਾ ਸੀਟ ਤੋਂ ਪਰਮਪਾਲ ਕੌਰ ਨੂੰ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ। ਇੱਥੇ ਉਹਨਾਂ ਦਾ ਮੁਕਾਬਲਾ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਹੋਵੇਗਾ, ਜੋ 3 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਕੌਮੀ ਬੁਲਾਰੇ ਡਾਕਟਰ ਜਹਾਨਜ਼ੇਬ ਸਿਰਸਾ ਅਤੇ ਕਾਂਗਰਸ IT ਸੈੱਲ ਦੇ ਸਾਬਕਾ ਚੇਅਰਮੈਨ ਰੋਹਨ ਗੁਪਤਾ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਭਾਰਤ ਅਗਲੇ ਕੁਝ ਦਿਨਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। 7 ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 1 ਜੂਨ ਤੱਕ ਚੱਲਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਭਾਰਤੀ ਜਨਤਾ ਪਾਰਟੀ ਜਿੱਥੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਬਣੇ ਰਹਿਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ, ਉੱਥੇ ਵਿਰੋਧੀ ਧਿਰ ਇੰਡੀਆ ਗੱਠਜੋੜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਆਮ ਚੋਣਾਂ 2024 ਦੇ ਮੁੱਖ ਮੁੱਦੇ ਮੁੱਖ ਤੌਰ ਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ, ਜਿਸ ਨੂੰ ਵਿਰੋਧੀ ਲਗਾਤਾਰ ਉਠਾ ਰਹੇ ਹਨ। CSDS ਲੋਕ ਨੀਤੀ ਦੇ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਲਗਭਗ ਅੱਧੇ ਵੋਟਰਾਂ ਨੇ ਮਹਿੰਗਾਈ ਅਤੇ ਦੇਸ਼ ਵਿੱਚ ਨੌਕਰੀਆਂ ਦੀ ਘੱਟ ਗਿਣਤੀ ਨਾਲ ਸੰਬੰਧਿਤ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਸਰਵੇਖਣ ਵਿੱਚ ਸ਼ਾਮਿਲ 62% ਉੱਤਰਦਾਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੌਕਰੀਆਂ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਹੋ ਗਿਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਸਿਰਫ 12% ਨੇ ਕਿਹਾ ਕਿ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਗਿਆ ਹੈ। ਸਰਵੇਖਣ ਦੇ ਅਨੁਸਾਰ ਮੁਸਲਮਾਨਾਂ ਨੇ ਵਧੇਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ 67% ਨੇ ਕਿਹਾ ਕਿ ਨੌਕਰੀ ਪ੍ਰਾਪਤ ਕਰਨਾ ਉਹਨਾਂ ਲਈ ਮੁਸ਼ਕਲ ਹੋ ਗਿਆ ਹੈ, ਜਦੋਂ ਕਿ ਹੋਰ ਪਛੜੀਆਂ ਸ਼੍ਰੇਣੀਆਂ ਦੇ 63% ਹਿੰਦੂਆਂ ਅਤੇ ਅਨੁਸੂਚਿਤ ਕਬੀਲਿਆਂ ਦੇ 59% ਨੇ ਵੀ ਨੌਕਰੀਆਂ ਬਾਰੇ ਇਸੇ ਭਾਵਨਾ ਨਾਲ ਸਹਿਮਤੀ ਪ੍ਰਗਟਾਈ ਹੈ। ਭਾਰਤ ਦੇ ਵੋਟਰਾਂ ਨੇ ਇਹ ਵੀ ਕਿਹਾ ਕਿ ਮਹਿੰਗਾਈ ਨੇ ਉਹਨਾਂ ਦੀਆਂ ਜੇਬਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਰਵੇਖਣ ਵਿੱਚ ਸ਼ਾਮਲ 71% ਵਿਅਕਤੀਆਂ ਨੇ ਕਿਹਾ ਕਿ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 76% ਗਰੀਬਾਂ ਅਤੇ ਮੁਸਲਮਾਨਾਂ ਨੇ ਕਿਹਾ ਕਿ ਮਹਿੰਗਾਈ ਉਹਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਜੀਵਨ ਦੀ ਗੁਣਵੱਤਾ ਬਾਰੇ ਲਗਭਗ 48% ਨੇ ਸੰਕੇਤ ਦਿੱਤਾ ਹੈ ਕਿ ਇਹ ਬਿਹਤਰ ਹੋ ਗਿਆ ਹੈ, ਜਦੋਂ ਕਿ 35% ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਇਸ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਸਿਰਫ 22% ਲੋਕਾਂ ਨੇ ਕਿਹਾ ਕਿ ਉਹ ਆਪਣੀ ਘਰੇਲੂ ਆਮਦਨ ਤੋਂ ਪੈਸੇ ਬਚਾਉਣ ਦੇ ਯੋਗ ਹਨ, ਜਦੋਂ ਕਿ ਉਹ ਲੋਕ ਜੋ ਸਿਰਫ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦੇ ਹਨ ਪਰ ਪੈਸੇ ਨਹੀਂ ਬਚਾ ਸਕਦੇ, ਉਹਨਾਂ ਦੀ ਮਾਤਰਾ 36% ਹੈ। ਇਸ ਤੋਂ ਇਲਾਵਾ 55% ਲੋਕਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਦੇਸ਼ ਵਿੱਚ ਭ੍ਰਿਸ਼ਟਾਚਾਰ ਵਧਿਆ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 25% ਨੇ ਭ੍ਰਿਸ਼ਟਾਚਾਰ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ, ਜਦਕਿ 16% ਨੇ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਲੋਕ ਨੀਤੀ CSDS ਪ੍ਰੀ ਪੋਲ ਸਰਵੇਖਣ 2024 ਵਿੱਚ 19 ਰਾਜਾਂ ਦੇ 10,019 ਲੋਕਾਂ ਦੇ ਜਵਾਬ ਸ਼ਾਮਿਲ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਖੜਗੇ ਨੇ ਵੀ ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਸੀ। ਉਹਨਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਦੀ ਹਾਲੀਆ ਭਾਰਤ ਰੁਜ਼ਗਾਰ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਹਰ ਸਾਲ ਲਗਭਗ 70-80 ਲੱਖ ਨੌਜਵਾਨਾਂ ਨੂੰ ਕਿਰਤ ਸ਼ਕਤੀ ਵਿੱਚ ਸ਼ਾਮਿਲ ਕਰਦਾ ਹੈ, ਪਰ 2012 ਅਤੇ 2019 ਦੇ ਵਿਚਕਾਰ ਰੁਜ਼ਗਾਰ ਵਿੱਚ ਲਗਭਗ 0 ਵਾਧਾ ਹੋਇਆ। ਉਹਨਾਂ ਕਿਹਾ ਕਿ ਮੋਦੀ ਜੀ ਦੀ 2 ਕਰੋੜ ਨੌਕਰੀਆਂ ਦੇਣ ਦੀ ਗਾਰੰਟੀ ਸਾਡੇ ਨੌਜਵਾਨਾਂ ਦੇ ਦਿਲਾਂ ਦਿਮਾਗਾਂ ਵਿੱਚ ਡਰਾਉਣੇ ਸੁਪਨੇ ਵਾਂਗ ਗੂੰਜ ਰਹੀ ਹੈ। ਖੜਗੇ ਨੇ ਕਿਹਾ ਕਿ ਇਸ ਲਈ ਕਾਂਗਰਸ ਪਾਰਟੀ ਯੁਵਾ ਨਿਆਂ ਤਹਿਤ ਪਹਿਲੀ ਨੌਕਰੀ ਦੀ ਗਾਰੰਟੀ ਲੈ ਕੇ ਆਈ ਹੈ।
ਬੇਰੁਜ਼ਗਾਰੀ ਦੇ ਸਰਵੇਖਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੇਰੁਜ਼ਗਾਰੀ ਕਿਸੇ ਧਰਮ ਜਾਂ ਜਾਤ ਦਾ ਮੁੱਦਾ ਨਹੀਂ, ਸਗੋਂ ਹਰ ਉਸ ਵਿਅਕਤੀ ਦਾ ਮੁੱਦਾ ਹੈ ਜਿਹੜਾ ਇਸ ਵੇਲੇ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ, ਪਰ ਕਾਬਜ਼ ਉਹਨਾਂ ਤੇ ਕੋਈ ਹੋਰ ਹੋ ਰਿਹਾ ਹੈ। ਪਰ ਸਵਾਲ ਇਹ ਹੈ ਕਿ ਨੌਕਰੀਆਂ ਦੇਣ ਵਿੱਚ ਕਿਹੜੀ ਸਰਕਾਰ ਅੜਿੱਕਾ ਪਾ ਰਹੀ ਹੈ। ਲੋਕਾਂ ਨੇ ਇਸ ਬਾਰੇ ਵੀ ਇਸ ਸਰਵੇ ਵਿੱਚ ਆਪਣਾ ਸਪਸ਼ਟੀਕਰਨ ਦਿੱਤਾ ਹੈ। 21% ਲੋਕ ਕੇਂਦਰ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਮੰਨਦੇ ਹਨ। 17% ਲੋਕਾਂ ਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਕੁਝ ਨਹੀਂ ਕਰ ਰਹੀ। 57% ਲੋਕ ਕੇਂਦਰ ਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ ਕਿ ਨੌਕਰੀਆਂ ਨਾ ਦੇਣ ਜਾਂ ਘਟਣ ਪਿੱਛੇ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਦੂਜੇ ਮੁੱਦੇ ਤੇ ਝਾਤ ਮਾਰਦੇ ਹਨ ਜਿਸ ਵਿੱਚ ਮਹਿੰਗਾਈ ਤੇ ਚਰਚਾ ਕੀਤੀ ਗਈ। ਇਸ ਸਰਵੇਖਣ ਵਿੱਚ 71% ਲੋਕਾਂ ਨੂੰ ਲੱਗਦਾ ਹੈ ਕਿ ਅਸਲ ਵਿੱਚ ਮਹਿੰਗਾਈ ਨੇ ਉਹਨਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ 68% ਹਿੰਦੂ ਅਪਰ ਕਾਸਟ ਵਾਲੇ, 69% OBC, 75% ਸ਼ਡਿਊਲ ਕਾਸਟ, 66% ਸ਼ਡਿਊਲ ਟ੍ਰਾਈਬ, 76% ਮੁਸਲਿਮ ਤੇ 71% ਘੱਟ ਗਿਣਤੀ ਭਾਈਚਾਰੇ ਸ਼ਾਮਿਲ ਹਨ। 13% ਅਜਿਹੇ ਲੋਕਾਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਮਹਿੰਗਾਈ ਪਹਿਲਾਂ ਵਾਂਗ ਹੀ ਹੈ, ਕੋਈ ਬਦਲਾਅ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਦਾ IAS ਅਹੁਦੇ ਤੋਂ ਦਿੱਤਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਅੱਜ ਆਪਣੇ ਪਤੀ ਨਾਲ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੀ ਪਰਮਪਾਲ ਕੌਰ ਦੇ ਅਸਤੀਫੇ ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਬੀਬਾ ਜੀ ਜਿੰਨੀ ਕਾਲੀ IAS ਬਣਨ ਦੀ ਸੀ, ਛੱਡਣ ਲਈ ਵੀ ਤੌਰ ਤਰੀਕੇ ਹਨ। ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ, ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿੱਚ ਪੈ ਸਕਦੀ ਹੈ। ਰਾਸ਼ਟਰੀ ਜਨਤਾ ਦਲ RJD ਸੁਪਰੀਮੋ ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਨੇ ਕਿਹਾ ਕਿ ਜੇਕਰ ਜਨਤਾ ਦੇ ਆਸ਼ੀਰਵਾਦ ਨਾਲ ਸਾਡੀ ਸਰਕਾਰ ਆਉਂਦੀ ਹੈ ਤਾਂ PM ਮੋਦੀ ਸਮੇਤ ਭਾਜਪਾ ਦੇ ਕਈ ਨੇਤਾ ਜੇਲ੍ਹ ਵਿੱਚ ਹੋਣਗੇ। ਇਸ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 2029 ਤੱਕ ਸਭ ਕੁਝ ਤੈਅ ਹੈ, ਇਸ ਤੋਂ ਬਾਅਦ ਜੋ ਹੋਵੇਗਾ ਸੋਚਾਂਗੇ। ਤੁਹਾਨੂੰ ਦੱਸ ਦਈਏ ਕਿ ਮੀਸਾ ਭਾਰਤੀ RJD ਦੀ ਟਿਕਟ ਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਉਹ PM ਮੋਦੀ ਦੇ ਜੇਲ੍ਹ ਜਾਣ ਨੂੰ ਲੈ ਕੇ 2 ਵਾਰ ਬਿਆਨ ਦੇ ਚੁੱਕੀ ਹੈ। ਉਹਨਾਂ ਨੇ ਇਹ ਬਿਆਨ ਪਹਿਲੀ ਵਾਰ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਚੋਣ ਰੈਲੀ ਦੌਰਾਨ ਦੂਜੀ ਵਾਰ ਇਹ ਗੱਲ ਕਹੀ। ਉਧਰ ਮੀਸਾ ਭਾਰਤੀ ਦੇ ਇਸ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮੀਸਾ ਭਾਰਤੀ ਕਹਿ ਰਹੀ ਹੈ ਕਿ ਜੇਕਰ ਅਸੀਂ ਇੰਡੀਆ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸੋਚ ਰਹੇ ਹੋ। 2029 ਤੱਕ ਸਭ ਕੁਝ ਤੈਅ ਹੈ, ਇਸ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ। ਦਿੱਗਜ ਤਕਨੀਕੀ ਕੰਪਨੀ ਐਪਲ ਨੇ ਭਾਰਤ ਸਮੇਤ ਦੁਨੀਆ ਦੇ 92 ਦੇਸ਼ਾਂ ਦੇ ਯੂਜ਼ਰਸ ਨੂੰ ਇੱਕ ਖਾਸ ਖਤਰੇ ਦੀ ਚੇਤਾਵਨੀ ਦਿੱਤੀ ਹੈ। ਐਪਲ ਨੇ ਕਿਹਾ ਹੈ ਕਿ ਭਾਰਤ ਸਮੇਤ ਦੁਨੀਆ ਦੇ 91 ਦੇਸ਼ਾਂ ਦੇ ਯੂਜ਼ਰਸ ਨੂੰ ਸਪਾਈਵੇਅਰ ਹਮਲੇ ਦਾ ਖਤਰਾ ਹੈ। ਐਪਲ ਨੇ ਇਸ ਧਮਕੀ ਨੂੰ ਲੈ ਕੇ ਬੁੱਧਵਾਰ ਦੇਰ ਰਾਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਐਪਲ ਦਾ ਕਹਿਣਾ ਹੈ ਕਿ ਉਸ ਦੇ ਯੂਜ਼ਰ ਮਰਸਨੇਰੀ ਸਪਾਈਵੇਅਰ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ। ਇਹ ਸਪਾਈਵੇਅਰ ਚੁਣੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਐਪਲ ਨੇ ਇਹ ਚੇਤਾਵਨੀ ਕਈ ਵਿਰੋਧੀ ਨੇਤਾਵਾਂ ਦੇ ਦਾਅਵਾ ਕਰਨ ਦੇ ਮਹੀਨੇ ਬਾਅਦ ਜਾਰੀ ਕੀਤੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਆਈਫੋਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਰਾਜ ਪ੍ਰਾਯੋਜਿਤ ਹੈਕਰਾਂ ਤੋਂ ਚੇਤਾਵਨੀ ਦੇਣ ਵਾਲੇ ਸੰਦੇਸ਼ ਮਿਲੇ ਹਨ। ਹੁਣ ਉੱਘੀ ਤਕਨੀਕੀ ਕੰਪਨੀ ਐਪਲ ਨੇ ਭਾਰਤ ਸਮੇਤ 92 ਦੇਸ਼ਾਂ ਵਿੱਚ ਆਪਣੇ ਉਪਭੋਗਤਾਵਾਂ ਨੂੰ ਮਾਰਸਨੇਰੀ ਸਪਾਈਵੇਅਰ ਅਲਰਟ ਭੇਜਿਆ ਹੈ। ਨੋਟੀਫਿਕੇਸ਼ਨ ਵਿੱਚ ਐਪਲ ਦੇ ਇੱਕ ਬਿਆਨ ਵਿੱਚ ਪੈਗਾਸਸ ਸਪਾਈਵੇਅਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2021 ਵਿੱਚ ਵਿਰੋਧੀ ਨੇਤਾਵਾਂ ਵੱਲੋਂ ਜਾਸੂਸੀ ਦੇ ਦੋਸ਼ਾਂ ਕਾਰਨ ਸਿਆਸੀ ਤੂਫਾਨ ਖੜਾ ਹੋ ਗਿਆ ਸੀ। ਐਪਲ ਨੇ ਆਪਣੇ ਯੂਜ਼ਰਸ ਨੂੰ ਭੇਜੀ ਈਮੇਲ ਵਿੱਚ ਕਿਹਾ ਹੈ ਕਿ ਆਈਫੋਨ ਯੂਜ਼ਰਸ ਲਈ ਸਪਾਈਵੇਅਰ ਅਟੈਕ ਵੱਡਾ ਖਤਰਾ ਹੋ ਸਕਦਾ ਹੈ। ਇਹ ਥ੍ਰੈਡ ਨੋਟੀਫਿਕੇਸ਼ਨ ਐਪਲ ਦੁਆਰਾ 11 ਅਪ੍ਰੈਲ ਨੂੰ ਭੇਜੇ ਗਏ। ਕੰਪਨੀ ਨੇ ਕਿਹਾ ਹੈ ਕਿ ਇਸ ਸਪਾਈਵੇਅਰ ਨਾਲ ਤੁਹਾਡੇ ਆਈਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ। ਇਹ ਹਮਲਾ ਖਾਸ ਕਰਕੇ ਤੁਹਾਨੂੰ ਨਿਸ਼ਾਨਾ ਬਣਾ ਕੇ ਕੀਤਾ ਜਾ ਸਕਦਾ ਹੈ। ਤੁਹਾਨੂੰ ਤੁਹਾਡੇ ਨਾਮ ਅਤੇ ਤੁਹਾਡੇ ਕੰਮ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਐਪਲ ਨੇ ਆਪਣੇ ਉਪਭੋਗਤਾਵਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਸਪਾਈਵੇਅਰ ਹਮਲੇ ਮਾਲਵੇਅਰ ਨਾਲੋਂ ਬਹੁਤ ਜ਼ਿਆਦਾ ਗੁੰਝਲਦਾਰ ਹਨ ਜੋ ਨਿਯਮਿਤ ਸਾਈਬਰ ਕ੍ਰਿਮੀਨਲਸ ਗਤੀਵਿਧੀਆਂ ਦੀ ਖਪਤ ਕਰਦੇ ਹਨ, ਕਿਉਂਕਿ ਭਾੜੇ ਦੇ ਸਪਾਈਵੇਅਰ ਹਮਲਾਵਰ ਖਾਸ ਲੋਕਾਂ ਅਤੇ ਉਹਨਾਂ ਦੇ ਡਿਵਾਈਸਾਂ ਨੂੰ ਨਿਸ਼ਾਨਾ ਬਣਾਉਣ ਲਈ ਅਸਾਧਾਰਨ ਸਰੋਤਾਂ ਦੀ ਵਰਤੋਂ ਕਰਦੇ ਹਨ। ਅਜਿਹੇ ਹਮਲਿਆਂ ਵਿੱਚ ਲੱਖਾਂ ਡਾਲਰ ਖਰਚ ਹੁੰਦੇ ਹਨ ਅਤੇ ਅਕਸਰ ਇੱਕ ਛੋਟੀ ਸ਼ੈਲਫ ਲਾਈਫ ਹੁੰਦੀ ਹੈ। ਇਸ ਕਾਰਨ ਇਹਨਾਂ ਦਾ ਪਤਾ ਲਗਾਉਣਾ ਅਤੇ ਰੋਕਣਾ ਬਹੁਤ ਮੁਸ਼ਕਿਲ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਐਪਲ ਯੂਜ਼ਰਸ ਨੂੰ ਇਸ ਤਰ੍ਹਾਂ ਦੇ ਹਮਲਿਆਂ ਰਾਹੀਂ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਟਿੱਪਣੀ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਹਾਲ ਦੇ ਘਟਨਾਕ੍ਰਮ ਅਤੇ ਰਾਜਨੀਤਿਕ ਹਾਲਾਤਾਂ ਦੌਰਾਨ ਅਕਾਲੀ ਦਲ ਆਪਣੀ ਸ਼ਾਖ ਨੂੰ ਬਚਾਉਣ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਹ ਚਾਹੇ ਜਿਹੜਾ ਮਰਜ਼ੀ ਕਾਰਡ ਖੇਡ ਲੈਣ, ਉਹਨਾਂ ਦੀ ਰਾਹ ਤੈਅ ਹੈ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹਾਲ ਹੀ ਦੇ ਨਤੀਜਿਆਂ ਨੇ ਅਕਾਲੀ ਦਲ ਦੀ ਸਥਿਤੀ ਨੂੰ ਸਾਫ਼ ਸਪਸ਼ਟ ਕਰ ਦਿੱਤਾ ਹੈ। ਉਹਨਾਂ ਦੇ ਕਾਰਜਕਾਲ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਸਿਆਸਤ ਵਿੱਚ ਉਹਨਾਂ ਦੀ ਖੁੰਝ ਚੁੱਕੀ ਜ਼ਮੀਨ ਨੂੰ ਕਦੇ ਵਾਪਸ ਨਹੀਂ ਆਉਣ ਦੇਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਵਿਵਾਦਪੂਰਨ ਫੈਸਲੇ ਕਰਨਾ ਉਨ੍ਹਾਂ ਦੇ ਅਸਲ ਰਾਜਨੀਤਿਕ ਏਜੰਡੇ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ, ਸੁਖਬੀਰ ਅਤੇ ਮਜੀਠੀਆ ਸਮੇਤ ਪਾਰਟੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਲਗਾਤਾਰ ਚੋਣਾਂ ਵਿੱਚ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਲੋਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਦੇ ਟੁੱਟਣ ਦਾ ਸੰਕੇਤ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਇਹ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੈ। ਕਾਂਗਰਸ ਦੀ ਚੋਣ ਲੜੀ ਬਾਰੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਲਈ ਤਿਆਰ ਹਾਂ। ਯਕੀਨਨ ਸਾਡੇ ਉਮੀਦਵਾਰਾਂ ਦੀ ਚੋਣ ਬੜੀ ਸਾਵਧਾਨੀ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਨਾਮ ਜਲਦੀ ਹੀ ਜਨਤਕ ਕੀਤੇ ਜਾਣਗੇ। ਰਾਜ ਸਰਕਾਰ ਨੇ ਹਰਿਆਣਾ ਦੇ ਵੱਖ-ਵੱਖ ਬੈਂਕਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਖਾਤਿਆਂ ਦੇ ਸਬੰਧ ਵਿੱਚ ਕਢਾਉਣ ਸਮੇਤ ਵਿੱਤੀ ਲੈਣ-ਦੇਣ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਵੱਖ-ਵੱਖ ਬੈਂਕਾਂ ਦੇ ਜ਼ੋਨਲ ਅਤੇ ਖੇਤਰੀ ਮੁਖੀਆਂ ਨੂੰ 6 ਅਪ੍ਰੈਲ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਬਾਰੇ ਇੱਕ ਪ੍ਰਤੀਨਿਧਤਾ ਪ੍ਰਾਪਤ ਹੋਈ ਹੈ, ਜੋ ਹਰਿਆਣਾ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਦੁਆਰਾ ਕੀਤੇ ਜਾ ਸਕਦੇ ਹਨ। ਕਮੇਟੀ ਦੇ ਮੈਂਬਰਾਂ ਦਾ ਆਪਸੀ ਵਿਵਾਦ ਹੋਣ ਕਾਰਨ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਭੇਜਿਆ ਜਾਵੇਗਾ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪਹਿਲਾਂ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਵਿੱਚ ਹਰਿਆਣਾ ਸਰਕਾਰ ਨੇ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਬਣਾਈ ਸੀ, ਤਾਂ ਉਦੋਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਵਿੱਚ ਚਲੇ ਗਈ ਉਸ ਦੇ ਖਿਲਾਫ। ਉਦੋਂ ਵੀ ਸਾਨੂੰ ਇਸ ਗੱਲ ਦਾ ਦੁੱਖ ਲੱਗਾ ਕਿ ਸਾਡਾ ਜਿਹੜਾ ਸੀਗਾ ਬਹੁਤ ਸਾਰਾ ਸਰਮਾਇਆ ਸੰਗਤਾਂ ਦਾ ਦਸਵੰਧ ਜਿਹੜਾ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਖਰਚ ਹੋਇਆ, ਸ਼੍ਰੋਮਣੀ ਕਮੇਟੀ ਵੱਲੋਂ ਵੀ ਤੇ ਹਰਿਆਣਾ ਕਮੇਟੀ ਵੱਲੋਂ ਵੀ। ਅਸੀਂ ਉਹਨਾਂ ਨੂੰ ਅਪੀਲਾਂ ਕਰਦੇ ਰਹੇ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚੋਂ ਇਹ ਜਿਹੜਾ ਕੇਸ ਹੈ ਇਹਨੂੰ ਵਾਪਸ ਲਓ, ਕਿਉਂਕਿ ਸੰਗਤਾਂ ਦਾ ਜਿਹੜਾ ਪੈਸਾ ਉਹ ਕੋਰਟ ਦੇ ਵਿੱਚ ਖਰਚ ਹੋ ਰਿਹਾ। ਪਰ ਉਹਨਾਂ ਨੇ ਅਪੀਲ ਵਾਪਸ ਨਹੀਂ ਲਈ। ਅਖੀਰ ਅਪੀਲ ਤੇ ਫੈਸਲਾ ਹੋਇਆ ਤੇ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਆਇਆ। ਜਦੋਂ ਫੈਸਲਾ ਹੱਕ ਵਿੱਚ ਆ ਗਿਆ, ਉਹ ਫਿਰ ਰਿਵਿਊ ਪਟੀਸ਼ਨ 'ਚ ਗਏ ਤਾਂ ਰਿਵਿਊ ਪਟੀਸ਼ਨ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਆਈ। ਪਿਛਲੇ ਸਮੇਂ ਦੇ ਦੌਰਾਨ ਜਦੋਂ ਕਾਨੂੰਨੀ ਮਾਨਤਾ ਹਰਿਆਣਾ ਕਮੇਟੀ ਨੂੰ ਮਿਲ ਗਈ ਤਾਂ ਬਹੁਤ ਸਾਰੇ ਮੌਕੇ ਆਏ ਕਿ ਅਸੀਂ ਹਾਈ ਕੋਰਟ ਵਿੱਚ ਜਾ ਸਕਦੇ ਸੀ, ਪਰ ਅਸੀਂ ਇਸ ਕਰਕੇ ਹਾਈ ਕੋਰਟ ਦੇ ਵਿੱਚ ਨਹੀਂ ਗਏ। ਅਸੀਂ ਉਹਨਾਂ ਕਈ ਗਲਤ ਚੀਜ਼ਾਂ ਨੂੰ ਵੀ, ਜੋ ਗਲਤ ਹੋਇਆ ਸੀਗਾ, ਪਰ ਅਸੀਂ ਉਸ ਨੂੰ ਸਮੇਂ ਦੇ ਨਾਲ ਕਿ ਚਲੋ ਜਰਨਲ ਹਾਊਸ ਦੇ ਵਿੱਚ ਇਸ ਚੀਜ਼ ਨੂੰ ਸੁਧਾਰਿਆ ਜਾਵੇਗਾ। ਅਸੀਂ ਕੋਰਟ ਦਾ ਰੁਖ ਨਹੀਂ ਕੀਤਾ, ਪਰ ਸਾਡੇ ਜਿਨ੍ਹਾਂ ਮਾਣਯੋਗ ਵੀਰਾਂ ਨੇ ਅੱਜ ਹਾਈ ਕੋਰਟ ਦਾ ਰੁਖ ਕਰ ਲਿਆ, ਅਸੀਂ ਉਹਨਾਂ ਨੂੰ ਅੱਜ ਵੀ ਅਪੀਲ ਕਰਦੇ ਹਾਂ ਕਿ ਕਾਨੂੰਨੀ ਲੜਾਈ ਤੁਸੀਂ ਲੈ ਕੇ ਗਏ ਆ, ਜੇਕਰ ਤੁਸੀਂ ਪਿਛਾਂਹ ਨਹੀਂ ਹਟਾਓਗੇ ਤਾਂ ਅਸੀਂ ਲੜਾਂਗੇ, ਕੋਈ ਨਹੀਂ, ਕਾਨੂੰਨੀ ਲੜਾਈ ਵੀ ਲੜਾਂਗੇ, ਹਾਈ ਕੋਰਟ ਆਪਣਾ ਪੱਖ ਰੱਖਾਂਗੇ। ਪਰ ਬਿਹਤਰ ਇਹ ਆ ਕਿ ਜਿਹੜਾ ਜਰਨਲ ਹਾਊਸ ਦਾ ਜੋ ਫੈਸਲਾ ਪਹਿਲਾਂ ਤੁਹਾਨੂੰ ਜਰਨਲ ਹਾਊਸ ਨੇ ਬਣਾਇਆ ਸੀ ਤੇ ਜਰਨਲ ਹਾਊਸ ਦਾ ਫੈਸਲਾ ਜਿਹੜਾ ਅੱਜ ਫਿਰ ਦੁਬਾਰਾ ਜਰਨਲ ਹਾਊਸ ਹੈ ਤੇ ਤੁਸੀਂ ਉਹਦਾ ਫੈਸਲਾ ਜਿਹੜਾ ਉਹਨੂੰ ਮੰਨ ਨਹੀਂ ਰਹੇ ਤੇ ਤੁਸੀਂ ਕੋਰਟ ਦਾ ਰੁਖ ਕਰ ਲਿਆ। ਜਿਨ੍ਹਾਂ ਨੇ ਤੁਹਾਨੂੰ ਬਣਾਇਆ ਸੀ ਉਹਨਾਂ ਦੇ ਕੋਲ ਤੁਸੀਂ ਉਹ ਮਸਲਾ ਲੈ ਕੇ ਜਾਣਾ ਸੀ, ਉਹਨਾਂ ਨੇ ਹੀ ਇਹ ਫੈਸਲਾ ਕੀਤਾ। ਤੁਸੀਂ ਜਿਹੜਾ ਕੋਰਟ ਦਾ ਰੁਖ ਕੀਤਾ ਇਹ ਬੜਾ ਦੁਖਦਾਈ ਹੈ। ਹੁਣ ਇਹ ਜਿਹੜਾ ਦੁੱਖ ਇਸ ਗੱਲ ਦਾ ਵੀ ਆ, ਕੁਛ ਮੈਂ ਥੋੜਾ ਜਿਹਾ ਬਰੀਫ ਕਰਨਾ ਚਾਹੁੰਦਾ ਕਿ ਕੁਛ ਜਿਹੜੇ ਕੰਮ ਆ ਉਹ ਇਸ ਗੁਰਦੁਆਰਾ ਐਕਟ ਦੇ ਅਨੁਸਾਰ, ਜੋ ਗੁਰਦੁਆਰਾ ਐਕਟ 2014 ਉਹਦੇ 'ਚ ਕੁਝ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ ਜੋ ਸਰਕਾਰ ਨੇ ਨਿਭਾਉਣੀਆਂ ਤੇ ਕੁਝ ਜ਼ਿੰਮੇਵਾਰੀਆਂ ਜਰਨਲ ਹਾਊਸ ਦੀਆਂ ਨੇ। ਗੁਰਦੁਆਰਾ ਐਕਟ ਜੋ ਬਣਿਆ ਉਹਦੇ ਵਿੱਚ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ, ਇਲੈਕਟਡ ਮੈਂਬਰ ਸੰਗਤਾਂ ਦੇ ਚੁਣੇ ਹੋਏ ਨਹੀਂ ਆਉਂਦੇ, ਉਹਦੇ ਵਾਸਤੇ 18 ਮਹੀਨਿਆਂ ਦੀ ਇੱਕ ਅਡਹੌਕ ਕਮੇਟੀ ਜਿਹੜੀ ਆ ਉਹ ਐਕਟ ਦੇ ਵਿੱਚ ਆ ਕਿ ਉਹਨਾਂ ਚਿਰ ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਹ ਅਡਹੌਕ ਕਮੇਟੀ ਜਿਹੜੀ 41 ਮੈਂਬਰੀ ਆ ਉਹ ਕਰੇਗੀ। ਪਰ ਇਹ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੈ ਕਿ ਅਡਹੌਕ ਕਮੇਟੀ ਦੇ ਮੈਂਬਰਾਂ ਨੂੰ ਨੋਮੀਨੇਟ ਕਰਨਾ। 41 ਮੈਂਬਰ, ਪਹਿਲਾਂ 41 ਮੈਂਬਰ ਸਨ, ਪਰ ਬਾਅਦ ਵਿੱਚ ਕੀ ਹੋਇਆ, ਜਦੋਂ ਇਹ ਕਾਨੂੰਨੀ ਮਾਨਤਾ ਮਿਲ ਗਈ ਤਾਂ ਸਾਡੀ ਹਰਿਆਣਾ ਸਰਕਾਰ ਨੇ ਸਿਰਫ 38 ਮੈਂਬਰ ਬਣਾਏ ਸਨ।